ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਜਿੰਨੀ ਵੀ ਸ੍ਰਿਸ਼ਟੀ ਦੀ ਰਚਨਾ, ਇਹਦੇ ਵਿੱਚ ਜਿੰਨੇ ਵੀ ਜੀਵ ਜੰਤ ਉਸ ਅਕਾਲ ਪੁਰਖ ਪਰਮੇਸ਼ਰ ਨੇ ਬਣਾਏ ਆ, ਸਾਰੇ ਹੀ ਭੁੱਲਾਂ ਦੇ ਅੰਦਰ ਆ। ਇੱਕ ਵਾਹਿਗੁਰੂ ਜੀ ਹੈ ਜਿਹੜੇ ਭੁੱਲਾਂ ਤੋਂ ਰਹਿਤ ਹੈ। ਭਾਵ ਕੀ ਹੈ ਕਿ ਜੀਵ ਇਹਦੀ ਬਿਰਤੀ ਜਿਹੜੀ ਹੈ ਨਾ, ਆਮ ਤੌਰ 'ਤੇ ਸਧਾਰਨ ਭੁੱਲਾਂ ਦੇ ਵਿੱਚ ਹੀ ਬਤੀਤ ਹੋਈ ਜਾਂਦੀ, ਪਰ ਵਾਹਿਗੁਰੂ ਸਦ ਬਖਸ਼ਾਉਂਦਾ ਹੈ, ਸਦਾ ਹੀ ਬਖਸ਼ਦਾ ਹੈ। ਪਰ ਭੁੱਲਾਂ ਦੇ ਅੰਦਰ ਫਰਕ ਹੁੰਦਾ ਹੈ। ਇੱਕ ਭੁੱਲਾਂ ਜਿਹੜੀਆਂ ਹਨ ਸਹਿਜ ਸੁਭਾਈ ਹੋ ਜਾਂਦੀਆਂ ਹੈ, ਜਿਹਦਾ ਜੀਵ ਨੂੰ ਚੇਤਾ ਨਹੀਂ ਹੁੰਦਾ, ਇਹੋ ਜਿਹੀਆਂ ਭੁੱਲਾਂ ਤਾਂ ਮਾਫ ਹੋ ਜਾਂਦੀਆਂ। ਪਰ ਕਈ ਐਸੀਆਂ ਭੁੱਲਾਂ ਹੁੰਦੀਆਂ ਜਿਹੜੀਆਂ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਕਿਸੇ ਚੁਸਤ ਚਲਾਕੀ ਦੇ ਅੰਦਰ, ਫਿਰ ਉਹਨਾਂ ਭੁੱਲਾਂ ਦੀ ਸਜ਼ਾ ਇਨਸਾਨ ਨੂੰ ਕਿਸੇ ਨਾ ਕਿਸੇ ਜੂਨੀ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ ਭੁਗਤਣੀ ਪੈਂਦੀ ਆ। ਜਿਵੇਂ ਆਪਾਂ ਪੁਰਾਤਨ ਯੁੱਗਾਂ 'ਚ ਦੇਖਦੇ ਹਾਂ ਕਿ ਪੁਰਾਤਨ ਯੁੱਗਾਂ ਦੇ ਵਿੱਚ ਗੌਤਮ ਰਿਸ਼ੀ ਜੀ ਉਹਨਾਂ ਮਹਾਨ ਰਿਸ਼ੀਆਂ 'ਚ ਹੋਇਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਬੜੀ ਬੰਦਗੀ ਕੀਤੀ। ਅਤੇ ਇਹਨਾਂ ਦੀ ਪਤਨੀ ਅਹਿਲਿਆ, ਜਿਨ੍ਹਾਂ ਦਾ ਗੌਤਮ ਰਿਸ਼ੀ ਦੇ ਨਾਲ ਉਸ ਟਾਈਮ ਇੰਨਾ ਪਿਆਰ ਡਾਢਾ ਸੀਗਾ ਕਿ ਗੌਤਮ ਰਿਸ਼ੀ ਜੀ ਆਪਣੇ ਜੀਵਨ ਦੇ ਵਿੱਚ ਅਹਿਲਿਆ ਤੋਂ ਕਦੀ ਵੱਖ ਨਹੀਂ ਸੀ ਹੁੰਦੇ। ਪਰ ਇੱਕ ਐਸਾ ਸਮਾਂ ਹੁੰਦਾ ਸੀ ਜਦੋਂ ਗੌਤਮ ਰਿਸ਼ੀ ਜੀ ਇਸ਼ਨਾਨ ਕਰਦੇ ਹੁੰਦੇ ਸੀ, ਉਸ ਟਾਈਮ ਹੀ ਅਹਿਲਿਆ ਜਿਹੜੀ ਸੀ ਇਹਨਾਂ ਤੋਂ ਅਲੱਗ ਉਹਨਾਂ ਟਾਈਮਾਂ ਦੇ ਵਿੱਚ ਹੁੰਦੀ ਸੀ। ਪਰ ਦੇਖੋ, ਇਸੇ ਹੀ ਅਲੱਗਤਾ ਦਾ ਜਿਹੜਾ ਹੈ ਨਾ ਨਜਾਇਜ਼ ਫਾਇਦਾ ਇੰਦਰ ਦੇਵਤੇ ਨੇ ਉਠਾ ਕੇ ਜੋ ਅਹਿਲਿਆ ਦਾ ਸਤ ਭੰਗ ਕੀਤਾ ਸੀਗਾ, ਇਸ ਸਤ ਭੰਗ ਦੀ ਜੋ ਸਜ਼ਾ ਅਹਿਲਿਆ ਨੂੰ ਭੁਗਤਣੀ ਪਈ ਉਹਨਾਂ ਟਾਈਮਾਂ ਦੇ ਵਿੱਚ, ਇਹ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਕਿਵੇਂ ਗੌਤਮ ਰਿਸ਼ੀ ਦੇ ਸਰਾਫ ਦੇ ਨਾਲ ਉਹ ਸਿਲਾ ਬਣੀ ਆ ਅਤੇ ਸਿਲਾ ਬਣ ਕੇ ਇੱਕ ਨਦੀ ਕਿਨਾਰੇ ਦੇ ਵਿੱਚ ਉਹ ਬੈਠ ਗਈ ਆ। ਪਰ ਦੇਖੋ ਸਜ਼ਾ ਕਿੱਡੀ ਉਹਨੂੰ ਮਿਲੀ ਗਈ ਆ। ਅਤੇ ਫਿਰ ਜਦ ਉਹਨੇ ਬੇਨਤੀ ਕੀਤੀ ਗੌਤਮ ਰਿਸ਼ੀ ਜੀ ਦੇ ਅੱਗੇ ਕਿ ਮੈਂ ਤੁਹਾਡੀ ਧਰਮ ਪਤਨੀ ਹਾਂ, ਮੈਂ ਤੁਹਾਡੀ ਇੰਨੇ ਸਾਲ ਸੇਵਾ ਕੀਤੀ ਆ, ਅਗਰ ਇਹ ਸੇਵਾ ਦਾ ਜਿਹੜਾ ਮੈਨੂੰ ਫਲ ਵਾ ਇਸ ਸਿਲਾ ਦੇ ਰੂਪ ਦੇ ਵਿੱਚ ਹੀ ਮਿਲਣਾ, ਫਿਰ ਦੱਸੋ ਜਿੰਨੀ ਮੈਂ ਸੇਵਾ ਕੀਤੀ ਉਹਦਾ ਕੀ ਫਲ ਹੋਇਆ। ਅਤੇ ਫਿਰ ਗੌਤਮ ਰਿਸ਼ੀ ਨੂੰ ਦੱਸ ਦੇ ਕਿ ਉਹ 'ਤੇ ਤਰਸ ਆ ਗਿਆ ਸੀਗਾ ਅਤੇ ਉਹਨੇ ਕਿਹਾ ਸੀਗਾ ਕਿ ਜਦੋਂ ਤ੍ਰੇਤਾ ਯੁੱਗ ਆਏਗਾ, ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਰਾਮ ਜੀ ਆਉਣਗੇ ਅਤੇ ਉਹ ਜਦੋਂ ਆਪਣੇ ਚਰਨਾਂ ਦੇ ਨਾਲ ਤੈਨੂੰ ਆਪਣਾ ਸੱਜਾ ਅੰਗੂਠਾ ਛੁਪਾਉਣਗੇ ਤਾਂ ਤੇਰੀ ਮੁਕਤੀ ਹੋ ਜਾਊਗੀ। ਦੇਖੋ, ਪਰ ਉਸ ਟਾਈਮ ਅਹਿਲਿਆ ਨੇ ਆਖਿਆ ਸੀਗਾ ਕਿ ਹੁਣ ਸਤਯੁਗ ਹੈ, ਫਿਰ ਬਾਅਦ 'ਚ ਦੁਆਪਰ ਯੁੱਗ ਆਏਗਾ, ਫਿਰ ਤ੍ਰੇਤਾ ਆਏਗਾ, ਇੰਨਾ ਟਾਈਮ ਮੈਂ ਇੱਥੇ ਜਿਉਂ ਹੀ ਸਿਲ ਬਣ ਕੇ ਬੈਠੀ ਰਹੂੰਗੀ। ਫਿਰ ਗੌਤਮ ਰਿਸ਼ੀ ਨੇ ਦੇਖੋ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਤਪੋਬਲ ਦੇ ਅਨੁਸਾਰ ਯੋਗੀ ਪਲਟ ਦਿੱਤੇ। ਭਾਵ ਕਿ ਹੁੰਦਾ ਤਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆ, ਪਰ ਉਸ ਹੁਕਮ ਦੇ ਵਿੱਚ ਕਿਵੇਂ ਯੁੱਗ ਪਲਟੇ ਆ, ਸਿਰਫ ਇੱਕ ਆਪਣੀ ਪਤਨੀ ਅਹਿਲਿਆ ਦਾ ਜੋ ਇੰਨਾ ਸਮਾਂ ਲੰਬਾ ਸੀਗਾ ਉਹਨੂੰ ਘੱਟ ਕਰਨ ਵਾਸਤੇ ਇਹ ਪਰਉਪਕਾਰ ਵਰਤਿਆ। ਅਤੇ ਵਾਕਿਆ ਹੀ ਫਿਰ ਪਹਿਲਾਂ ਦੁਆਪਰ ਯੁੱਗ ਤੋਂ ਪਹਿਲਾਂ ਤ੍ਰੇਤਾ ਯੁੱਗ ਆਇਆ। ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਰਾਮ ਜੀ ਆਏ ਆ। ਜਦੋਂ ਭਗਵਾਨ ਰਾਮ ਜੀ ਜਿਹੜੇ ਸੀਗੇ ਲਛਮਣ ਦੇ ਨਾਲ ਅਤੇ ਵਿਸ਼ਵਾਮਿੱਤਰ ਦੇ ਨਾਲ ਇਸ ਅਸਥਾਨ ਤੋਂ ਲੰਘੇ ਆ ਜਿੱਥੇ ਅਹਿਲਿਆ ਪੱਥਰ ਬਣ ਕੇ ਜਿਹੜੀ ਸੀ ਉਹ ਉੱਥੇ ਸਿਲਾ ਦੇ ਰੂਪ ਦੇ ਵਿੱਚ ਪਈ ਸੀ, ਤਾਂ ਭਗਵਾਨ ਰਾਮ ਜੀ ਨੇ ਆਪਣਾ ਸੱਜਾ ਪੈਰ ਲਾਇਆ ਅਤੇ ਇਹ ਜਿਹੜੀ ਅਹਿਲਿਆ ਸੀਗੀ ਇਹ ਫਿਰ ਉੱਥੋਂ ਮੁਕਤ ਹੋ ਗਈ ਸੀਗੀ। ਫਿਰ ਸੁਰਗ 'ਚੋਂ ਵਿਮਾਨ ਆਇਆ ਸੀਗਾ, ਇਹਦੀ ਰੂਹ ਉਸ ਵਿਮਾਨ 'ਚ ਬੈਠ ਕੇ ਫਿਰ ਸੁਰਗ ਧਾਮ ਚਲੀ ਗਈ ਸੀ। ਇਸੇ ਤਰ੍ਹਾਂ ਜਦੋਂ ਆਪ ਨਿਰੰਕਾਰ ਅਕਾਲ ਪੁਰਖ ਆਪਣਾ ਰੂਪ ਧਾਰ ਕੇ ਇਸ ਸੰਸਾਰ ਦੇ ਵਿੱਚ ਆਏ ਆ, ਅਤੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਬਲੀ ਕੰਧਾਰੀ ਸੀਗਾ, ਜਿਹੜਾ ਆਪਣੇ ਆਪ ਦੇ ਵਿੱਚ ਬਲ ਦੇ ਜ਼ੋਰ ਦੇ ਨਾਲ ਆਪਣਾ ਹੁਕਮ ਚਲਾਉਂਦਾ ਸੀ ਇਹਨਾਂ ਇਲਾਕਿਆਂ ਦੇ ਅੰਦਰ, ਅਤੇ ਇਹਦਾ ਮਾਣ ਤੋੜਨ ਵਾਸਤੇ, ਇਹਦਾ ਹੰਕਾਰ ਤੋੜਨ ਵਾਸਤੇ ਭਾਈ ਮਰਦਾਨੇ ਜੀ ਨੂੰ ਪਾਣੀ ਲੈਣ ਉੱਪਰ ਭੇਜਿਆ। ਪਰ ਉਹਨੇ ਫਿਰ ਜਦੋਂ ਆਪਣੇ ਬਲ ਦੇ ਨਾਲ, ਤਾਕਤ ਦੇ ਨਾਲ ਉੱਥੇ ਇੱਕ ਬਹੁਤ ਵੱਡਾ ਪੱਥਰ ਜਿਹੜਾ ਸੀਗਾ ਥੱਲੇ ਰੋੜਿਆ। ਇਹ ਜਿਹੜਾ ਪੱਥਰ ਸੀਗਾ ਇਹ ਵੀ ਇੱਕ ਸਰਾਫਿਆ ਹੋਇਆ ਰਿਸ਼ੀ ਸੀਗਾ ਅਤੇ ਇਹਦੀ ਰੂਹ ਉਸ ਪੱਥਰ ਦੇ ਵਿੱਚ ਸੀਗੀ ਅਤੇ ਇਹ ਵੀ ਬੇਨਤੀ ਕਰਦਾ ਹੁੰਦਾ ਸੀ ਉਸ ਨਿਰੰਕਾਰ ਜੀ ਦੇ ਅੱਗੇ। ਦੇਖੋ, ਇਹ ਕਾਰਨ ਬਣਿਆ ਹੈਗਾ ਜਦੋਂ ਉਹ ਪੱਥਰ ਰਿੜਦਾ ਥੱਲੇ ਆਇਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਪੰਜਾ ਲਾ ਕੇ ਉਸ ਪੱਥਰ ਨੂੰ ਰੋਕ ਦਿੱਤਾ ਅਤੇ ਉਹ ਜਿਹੜਾ ਜਿੱਥੇ ਪੰਜਾ ਲੱਗਾ ਹੈਗਾ, ਜਿਉਂ ਹੀ ਪੰਜਾ ਸਪਰਸ਼ ਹੋਇਆ, ਇਹ ਜਿਹੜੀ ਰਿਸ਼ੀ ਦੀ ਰੂਹ ਸੀ ਇਸ ਪੰਜੇ ਦੇ ਵਿੱਚੋਂ ਫਿਰ ਨਿਕਲ ਕੇ ਬਕੁੰਠ ਧਾਮ ਚਲੀ ਗਈ ਸੀ। ਸੋ ਇਹ ਪੰਜਾ ਸਾਹਿਬ ਗੁਰਦੁਆਰਾ ਅੱਜ ਸੰਗਤਾਂ ਦੇ ਦਰਸ਼ਨ ਦਿਦਾਰੇ ਵਾਸਤੇ ਹਮੇਸ਼ਾ ਹੀ ਉਸ ਨਿਰੰਕਾਰ ਜੀ ਦੀ ਜਾਗਤ ਜੋਤ ਦੇ ਅੰਦਰ ਹਮੇਸ਼ਾ ਸੰਗਤਾਂ ਦੇ ਵਾਸਤੇ ਖੁੱਲ੍ਹਾ ਰਹਿੰਦਾ ਹੈਗਾ। ਭਾਵ ਕਿ 24 ਘੰਟੇ 8 ਪਹਿਰ
ਸੰਗਤਾਂ ਦੇ ਅੰਦਰ ਇਸ ਗੁਰਦੁਆਰੇ ਸਾਹਿਬ ਦੇ ਦਰਸ਼ਨ ਦੀ ਭਾਵਨਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ, ਜਿਵੇਂ ਮੱਛੀ ਦੇ ਅੰਦਰ ਪਾਣੀ ਦੀ ਖਿੱਚ ਬਣੀ ਰਹਿੰਦੀ ਹੈ। ਸੋ ਜਿਵੇਂ ਗੁਰੂ ਨਾਨਕ ਸਾਹਿਬ ਦੇ ਇੱਕ ਮਿੱਤਰ ਸੀਗੇ ਜਿਨ੍ਹਾਂ ਦਾ ਨਾਂ ਸੀ ਭਾਈ ਮੂਲਾ ਜੀ। ਦੇਖੋ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮੂਲਾ ਜੀ ਜਿਹੜੇ ਸੀਗੇ ਉਹ ਸੇਵਾ ਕਰਨ ਲੱਗੇ ਆ, ਪਰ ਇਹਨਾਂ ਦੀ ਪਤਨੀ ਨੇ ਕਿਸੇ ਟਾਈਮ ਆਪਣੇ ਪਤੀ ਨੂੰ ਬਗਲਾ ਕੇ ਪਿੱਛੇ ਲੁਕੋ ਲਿਆ ਸੀ ਘਰ ਦੇ। ਪਰ ਜਦੋਂ ਗੁਰੂ ਨਾਨਕ ਸਾਹਿਬ ਆਪਣੀ ਉਦਾਸੀ ਦੇ ਸਮੇਂ ਭਾਈ ਮੂਲਾ ਜੀ ਨੂੰ ਮਿਲਣ ਆਏ ਅਤੇ ਇਹਨਾਂ ਦੀ ਪਤਨੀ ਨੇ ਕਹਿ ਤਾ ਸੀ ਕਿ ਮੂਲਾ ਘਰ 'ਚ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਜਦੋਂ ਪਿੱਛੇ ਮੁੜੇ ਅਤੇ ਜਦ ਕੀ ਦੇਖਿਆ, ਪਿੱਛੇ ਮੂਲੇ ਦੇ ਸੱਪ ਲੜ ਗਿਆ ਅਤੇ ਮੂਲਾ ਜਿਹੜਾ ਸੀਗਾ ਉੱਥੇ ਖਤਮ ਹੋ ਗਿਆ। ਪਰ ਜਦੋਂ ਉਹਦੀ ਪਤਨੀ ਨੇ ਦੁਬਾਰਾ ਚੀਕ ਚਹਾੜਾ ਪਾਇਆ ਅਤੇ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕੀਤੀ ਕਿ ਮੇਰੇ ਤੋਂ ਭੁੱਲ ਹੋ ਗਈ, ਇਹਨੂੰ ਜੀਵਨ ਦਾਨ ਬਖਸ਼ੋ। ਅਤੇ ਫਿਰ ਬਾਬੇ ਨਾਨਕ ਜੀ ਨੇ ਆਖਿਆ ਸੀਗਾ ਕਿ ਭਾਈ ਹੁਣ ਨਹੀਂ, 10ਵੇਂ ਜਾਮੇ 'ਚ ਅਸੀਂ ਇਹਦਾ ਆਧਾਰ ਕਰਾਂਗੇ। ਦੇਖੋ ਫਿਰ ਮੂਲਾ ਜੀ ਜਿਹੜੇ ਸੀਗੇ ਇਹ 16 ਜੂਨਾਂ ਜਿਹੜੀਆਂ ਸੀਗੀਆਂ ਇਹਨਾਂ ਜੂਨਾਂ 'ਚ ਭਟਕਦੇ ਰਹੇ ਆ, ਅਤੇ 17ਵੀਂ ਜੂਨ ਜਿਹੜੀ ਇਹਨਾਂ ਨੂੰ ਮਿਲੀ ਸੀ ਖਰਗੋਸ਼ ਸ਼ਹਿ ਦੀ, ਉਸ ਜੂਨ ਦੇ ਵਿੱਚ ਫਿਰ ਇਹ ਹਜ਼ੂਰ ਸਾਹਿਬ ਜਿਹੜੇ ਸੀਗੇ ਉੱਥੇ ਸੀਗੇ ਜਿੱਥੇ ਕਲਗੀਧਰ ਮਹਾਰਾਜ ਨੇ ਇਸ ਮੂਲੇ ਖਤੀ ਦਾ ਆਧਾਰ ਕੀਤਾ, ਜਿੱਥੇ ਅੱਜ ਗੁਰਦੁਆਰਾ ਸ਼ਿਕਾਰ ਘਾਟ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਹੁਣਾਂ ਨੇ, ਮਹਾਰਾਜ ਨੇ ਜਿਹੜੀਆਂ ਜੂਨਾਂ ਫਸੀਆਂ ਸੀਗੀਆਂ ਉਹਨਾਂ ਨੂੰ ਆਪਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਇੱਕ ਨੇ ਇਸ ਤਰ੍ਹਾਂ ਦੀਆਂ ਲੱਖਾਂ ਕਰੋੜਾਂ ਜੂਨਾਂ ਦਾ ਆਧਾਰ ਕੀਤਾ ਹੈਗਾ, ਜਿਹਨੂੰ ਮਹਾਂਪੁਰਖਾਂ ਨੇ ਆਖਿਆ ਕਿ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ। ਕਹਿੰਦੇ ਅਸਮਾਨ ਦੇ ਤਾਰੇ ਤਾਂ ਕੋਈ ਗਿਣ ਸਕਦਾ, ਪਰ ਗੁਰੂ ਨਾਨਕ ਸਾਹਿਬ ਨੇ ਜਿੰਨੇ ਤਾਰੇ ਆ ਕੋਈ ਗਿਣ ਨਹੀਂ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਿਮਾ ਅਪਰੰਪਾਰ ਹੈ, ਜਿੱਥੇ ਇਹਨਾਂ ਨੇ ਇਹਨਾਂ ਜੀਵ ਜੰਤੂ ਨੂੰ ਉਤਾਰਿਆ, ਪੱਥਰਾਂ ਪਹਾੜਾਂ ਨੂੰ, ਔਰ ਇਹ ਜਿਹੜੀਆਂ ਟੇਢੀਆਂ ਜੂਨਾਂ ਹੈ ਪਸ਼ੂ ਪਰਿੰਦਿਆਂ ਦੀਆਂ, ਇਹਨਾਂ ਦੇ ਵਿੱਚ ਫਸੀਆਂ ਰੂਹਾਂ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਤਾਰ ਦਿੱਤਾ ਹੈ। ਇਸੇ ਤਰ੍ਹਾਂ ਦੀ ਇੱਕ ਪ੍ਰਚਲਿਤ ਸਾਖੀ ਜਿਹੜੀ ਹੈ ਨਾ ਭਾਈ ਵਾਲਾ ਜੀ ਨੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸੁਣਾਈ ਸੀਗੀ, ਜਿਹਨੂੰ ਸੁਣ ਕੇ ਹੈ ਨਾ ਹਰੇਕ ਇਨਸਾਨ ਜਿਹੜਾ ਹੈ ਨਾ ਬੜਾ ਹੈਰਤ 'ਚ ਹੋ ਜਾਂਦਾ। ਵੈਸੇ ਤਾਂ ਸਾਰੀਆਂ ਹੀ ਸਾਖੀਆਂ ਹੈਰਤ ਅੰਗੇਜ਼ ਹੈ, ਪਰ ਕਈ ਐਸੀਆਂ ਹੁੰਦੀਆਂ ਕਿ ਜਿਨ੍ਹਾਂ ਦੀ ਮਿਸਾਲ ਜਿਹੜੀ ਹੈ ਨਾ ਸਾਨੂੰ ਦੁਨੀਆ ਭਰ ਦੇ ਵਿੱਚ ਕਦੀ ਨਹੀਂ ਮਿਲਦੀ ਅਤੇ ਨਾ ਕਦੀ ਮਿਲ ਸਕਦੀ ਹੈ। ਸੋ ਇਸ ਤਰ੍ਹਾਂ ਦੀ ਇੱਕ ਸਾਖੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੈਗੀ ਆ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਅਤੇ ਮਰਦਾਨਾ ਜੀ ਇੱਕ ਸਮੁੰਦਰ ਦੇ ਉੱਤੇ ਜਾ ਰਹੇ ਆ, ਅਤੇ ਜਦ ਸਮੁੰਦਰ ਤੋਂ ਤੁਰਦੇ ਤੁਰਦੇ ਕਈ ਕੋ ਦੂਰ ਨਿਕਲੇ, ਕੀ ਦੇਖਿਆ ਕਿ ਸਮੁੰਦਰ ਦੇ ਉੱਤੇ ਹੈ ਨਾ ਬਹੁਤ ਸਾਰਾ ਜਿਹੜਾ ਹੈ ਉਹ ਇੱਕ ਪਾਸੇ ਜਾਨਵਰ ਲੰਬਾ ਪਿਆ ਹੈਗਾ। ਜਾਂ ਜਾਨਵਰ ਲੰਮਾ ਪਿਆ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਬਾਲਾ ਅਤੇ ਮਰਦਾਨਾ ਜੀ ਇਸ ਦੇ ਉੱਤੇ ਜਾ ਚੜ੍ਹੇ। ਜਦ ਜਾ ਚੜ੍ਹੇ ਤਾਂ ਤੁਰਦੇ ਤੁਰਦੇ ਅਤੇ ਮਰਦਾਨਾ ਜੀ ਨੇ ਪੁੱਛਿਆ ਜੀ ਆ ਕਿਹੋ ਜਿਹੀ ਧਰਤੀ ਆ ਗਈ ਆ ਜਿਹਦੇ ਤੋਂ ਅਸੀਂ ਚੱਲ ਰਹੇ ਹਾਂ। ਅਤੇ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨਾ ਜੀ ਇਹ ਧਰਤੀ ਨਹੀਂ ਹੈਗੀ ਆ, ਇਹ ਇੱਕ ਬਹੁਤ ਹੀ ਵੱਡਾ ਮੱਛ ਹੈ। ਜਦ ਇੰਨੀ ਗੱਲ ਹੋਈ ਤਾਂ ਮਰਦਾਨਾ ਜੀ ਸੁਣ ਕੇ ਡਰ ਗਏ, ਕਹਿੰਦੇ ਹਾਂਜੀ ਮੱਛ ਹੈ? ਕਹਿੰਦੇ ਹਾਂ ਭਾਈ ਇਹ ਬਹੁਤ ਵੱਡਾ ਮੱਛ ਹੈ। ਅਤੇ ਉਹ ਕਹਿਣ ਲੱਗੇ ਜੀ ਇਹ ਮੱਛ ਕਿੱਥੋਂ ਆ ਗਿਆ ਐਡਾ ਭਾਰਾ? ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਇਹ ਬਹੁਤ ਸਾਲ ਹੋ ਗਏ ਇਸੇ ਹੀ ਸਮੁੰਦਰ ਦੇ ਵਿੱਚ ਚੱਲਦਾ ਹੈਗਾ। ਸੋ ਫਿਰ ਭਾਈ ਬਾਲਾ ਜੀ ਨੇ ਪੁੱਛਿਆ ਜੀ ਇਹ ਮੱਛ ਕਿੰਨਾ ਲੰਬਾ ਹੈ? ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਜੀ ਇਹ ਜਿਹੜਾ ਮੱਛ ਹੈ ਨਾ ਇਹ 35 ਕੋਹ ਲੰਬਾ ਹੈ। ਦੇਖੋ 35 ਕੋਹ ਬਹੁਤ ਵੱਡੀ ਜਿਹੜੀ ਹੈ ਨਾ ਇਹ ਗਿਣਤੀ ਬਣ ਜਾਂਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਇੱਕ ਕੋਹ ਦੇ ਅੰਦਰ ਤਕਰੀਬਨ 1070 ਮੀਟਰ ਹੁੰਦੇ ਆ, ਜਾਂ ਇੱਕ ਯੋਜਨ ਦੇ ਅੰਦਰ 4 ਕੋਹ ਹੁੰਦੇ ਆ, ਅਤੇ ਇਹ 35 ਕੋਹ ਲੰਬਾਈ ਕਿੱਡੀ ਭਾਰੀ ਬਣ ਜਾਂਦੀ ਹੈ। ਤਾਂ ਫਿਰ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਅਸੀਂ ਇਸ ਮੱਛ ਦਾ ਸਾਨੂੰ ਕੋਈ ਸਿਰਾ ਜਾਂ ਪਤਾ ਨਹੀਂ ਲੱਗਦਾ ਕਿ ਕਿੱਡਾ ਲੰਬਾ ਹੈ ਕਿੱਡਾ ਚੌੜਾ ਹੈ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਤੁਸੀਂ ਚਲੀ ਜਾਓ, ਤਾਂ ਆਪਾਂ ਹੈ ਨਾ ਜਦੋਂ ਇਹਦੇ ਸਿਰੇ 'ਤੇ ਪਹੁੰਚਾਂਗੇ ਫਿਰ ਤੁਹਾਨੂੰ ਅਸੀਂ ਇਹਦਾ ਸਿਰਾ ਦਿਖਾਵਾਂਗੇ। ਜਦੋਂ ਗੁਰੂ ਨਾਨਕ ਸਾਹਿਬ ਭਾਈ ਬਾਲਾ ਅਤੇ ਮਰਦਾਨਾ ਜੀ ਮੱਛ ਦੇ ਸਿਰੇ ਦੇ ਉੱਤੇ ਪਹੁੰਚੇ ਆ, ਇਹ ਰਾਤ ਦਾ ਸਫ਼ਰ ਸੀਗਾ। ਜਦੋਂ ਮੱਛ ਜਿਹੜਾ ਸੀ ਇੱਕ ਕਿਨਾਰੇ ਲੱਗਾ, ਜਿਸ ਜਗ੍ਹਾ ਮੱਛ ਨੇ ਜਿਹੜਾ ਮੂੰਹ ਅੱਡਿਆ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਉਹਨੇ ਪਦਾਰਥ ਕੱਢੇ ਆ, ਜਿਹਨੂੰ ਦੇਖ ਕੇ ਮਰਦਾਨਾ ਜੀ ਤਾਂ ਜਿਹੜੇ ਸੀ ਮਨ ਵਿੱਚ ਬੜਾ ਭੈ ਖਾ ਲਿਆ। ਪਰ ਫਿਰ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਇਹ ਜਿਹੜਾ ਮੱਛ ਵਾ ਹੈ ਨਾ ਇਹ ਬਹੁਤ ਪੁਰਾਣਾ ਮੱਛ ਹੈਗਾ। ਜਦੋਂ ਉਹਨੇ ਮੂੰਹ ਖੋਲ੍ਹਿਆ ਸੀਗਾ ਬੜੇ ਪਦਾਰਥ ਦਿੱਤੇ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਇੱਕ ਪੈਰ ਦਾ ਅੰਗੂਠਾ ਮੱਛ ਦਾ ਜਿਹੜਾ ਸਿਰ ਸੀਗਾ ਹੈ ਨਾ ਸਿਰ ਦੇ ਉੱਪਰ ਹੌਲੇ ਦਿਨ ਇੱਦਾਂ ਰੱਖਿਆ ਚੱਕ ਕੇ, ਤਾਂ ਮੱਛ ਨੇ ਆਪਣੀ ਦੇਹ ਪਲਟ ਲਈ। ਜਦ ਦੇਹ ਪਲਟੀ ਤਾਂ ਉਸ ਮੱਛ ਦੀ ਦੇਹ ਦੇ ਵਿੱਚੋਂ ਪਹਿਲਾਂ ਤਾਂ ਇੱਕ ਚਿੱਟੇ ਰੰਗ ਦਾ ਜਿਹੜੀ ਸੀਗੀ ਉਹ ਰੋਸ਼ਨੀ ਨਿਕਲੀ ਆ। ਉਸ ਰੋਸ਼ਨੀ ਨੇ ਫਿਰ ਇੱਕ ਬਹੁਤ ਹੀ ਸੁੰਦਰ ਨੌਜਵਾਨ ਦਾ ਰੂਪ ਅਖਤਿਆਰ ਕਰ ਲਿਆ। ਜਦ ਕੀਤਾ ਤਾਂ ਕੀ ਦੇਖੋ ਉਹਦੇ ਕੱਪੜੇ ਬੜੇ ਸੁੰਦਰ ਆ, ਗਹਿਣੇ ਬਹੁਤ ਸੁੰਦਰ ਪਾਏ ਆ। ਫਿਰ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਭਾਈ ਤੂੰ ਕੌਣ ਆ?
तो फिर ਉਹਨੇ ਪਹਿਲਾਂ ਸਭ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਡੰਡੋਤ ਬੰਦਨਾ ਕੀਤੀ, ਫਿਰ ਨਿਮਰਤਾ ਸਾਹਿਬ ਬੇਨਤੀ ਕੀਤੀ ਕਿ ਆਪ ਨਿਰੰਕਾਰ ਸਭ ਕੁਛ ਜਾਣਦੇ ਆ, ਫਿਰ ਵੀ ਮੈਨੂੰ ਪੁੱਛਦੇ ਆ। ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਹੀਂ, ਤੂੰ ਭਾਈ ਆਪ ਦੱਸ ਕਿ ਤੂੰ ਕੌਣ ਆ ਅਤੇ ਇਸ ਜੂਨੀ ਜਿਹੜੀ ਮੱਛਦੀ ਹੈ ਇਹਦੇ ਵਿੱਚ ਕਿਵੇਂ ਆਇਆ। ਤਾਂ ਫਿਰ ਉਸ ਰੂਹ ਨੇ ਦੱਸਿਆ ਸੀ ਗੁਰੂ ਨਾਨਕ ਸਾਹਿਬ ਨੂੰ ਕਿ ਜਦੋਂ ਰਾਜਾ ਜਨਕ ਹੋਇਆ ਸਤਿਯੁਗ ਜੀ ਦੇ ਟਾਈਮ, ਉਹਨਾਂ ਟਾਈਮਾਂ ਦੇ ਵਿੱਚ ਮੈਂ ਜਨਕ ਦਾ ਰਸੋਈਆ ਸੀਗਾ, ਅਤੇ ਜਦੋਂ ਮੈਂ ਇੱਕ ਵਾਰੀ ਪਦਾਰਥ ਬਣਾ ਰਿਹਾ ਸੀਗਾ, ਰਾਜਾ ਜਨਕ ਨੇ ਜਦੋਂ ਮੈਨੂੰ ਸੇਵਾ ਬਖਸ਼ੀ ਸੀਗੀ, ਉਹ ਮੈਂ ਨਾ ਚਾਹੁੰਦਾ ਹੋਇਆ ਵੀ ਉਹ ਸੇਵਾ ਜਿਹੜੀ ਸੀਗੀ ਉਹ ਕਰ ਨਹੀਂ ਸਕਿਆ, ਪਰ ਮੈਂ ਔਖੇ ਸੌਖੇ ਹੋ ਕੇ ਉਹ ਸੇਵਾ ਤਾਂ ਜ਼ਰੂਰ ਕੀਤੀ ਆ, ਪਰ ਉਹਦੇ ਵਿੱਚ ਮੇਰਾ ਮਨ ਜਿਹੜਾ ਸੀ ਬੜਾ ਖਿਝਿਆ। ਪਰ ਰਾਜਾ ਜਨਕ ਜੀ ਜਿਹੜੇ ਉਸ ਟਾਈਮ ਦੇ ਅਵਤਾਰੀ ਪੁਰਖ ਸੀਗੇ, ਉਹਨਾਂ ਦੇ ਮਨ ਦੇ ਵਿੱਚ ਸੁਭਾਵਿਕ ਹੀ ਕਹਿੰਦੇ ਸਾਨੂੰ ਬਚਨ ਕਰ ਦਿੱਤਾ। ਜਦੋਂ ਅਸੀਂ ਉਹਨਾਂ ਦੇ ਪਾਸ ਗਏ ਆ ਪਦਾਰਥ ਲੈ ਕੇ, ਉਹ ਕਹਿੰਦੇ ਜਦੋਂ ਵੀ ਤੂੰ ਕੋਈ ਚੀਜ਼ ਬਣਾਉਣ ਲੱਗਦਾ ਹੈ ਨਾ, ਅਤੇ ਤੂੰ ਫਿਰ ਮੱਛੀ ਵਾਂਗੂ ਤੜਫਣ ਲੱਗ ਪੈਂਦਾ। ਕਹਿੰਦੇ ਬਸ ਐਸਾ ਉਹ ਬਚਨ ਨਿਕਲਿਆ ਕਿ ਮੈਂ ਉਹ ਤੋਂ ਬਾਅਦ ਫਿਰ ਇਸ ਜੂਨੀ ਦੇ ਵਿੱਚ ਆ ਗਿਆ, ਅਤੇ ਉਸ ਯੁੱਗ ਦੇ ਵਿੱਚ ਹੁੰਦਾ ਹੋਇਆ ਕਹਿੰਦੇ ਮੈਂ ਸਾਰੇ ਯੁੱਗਾਂ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ ਵਿੱਚ ਆ ਪਹੁੰਚਿਆ, ਅਤੇ ਐਡੀ ਭਾਰੀ ਦੇਹ ਨੂੰ ਪ੍ਰਾਪਤ ਹੋਇਆ। 35 ਕੋਹ ਲੰਬੀ ਜਿਹੜੀ ਸੀ ਹੈ ਨਾ, ਉਸ ਮੱਛੀ ਦੀ ਸ਼ਾਰਕ ਦੀ ਐਡੀ ਵੱਡੀ ਲੰਬਾਈ ਸੀਗੀ ਉਹਨਾਂ ਟਾਈਮਾਂ ਦੇ ਵਿੱਚ, ਜਿਸ ਨੂੰ ਹੁਣ ਭਾਈ ਸੰਤੋਖ ਸਿੰਘ ਹੁਣਾਂ ਨੇ ਵੀ ਬੜਾ ਸੁੰਦਰ ਉਹਦੇ ਵਿੱਚ ਬਿਆਨ ਕੀਤਾ ਹੈਗਾ। ਅਤੇ ਫਿਰ ਦੇਖੋ ਉਹ ਫਿਰ ਜਿਹੜਾ ਮੱਛ ਸੀਗਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਇਸ ਨੂੰ ਇਸ ਦੇਹ ਦੇ ਵਿੱਚੋਂ ਬੰਦ ਖਲਾਸੀ ਮਿਲੀ ਆ, ਫਿਰ ਉਸ ਟਾਈਮ ਆਕਾਸ਼ ਦੇ ਵਿੱਚੋਂ ਵਿਮਾਨ ਆਇਆ, ਜਿਹਦੇ ਵਿੱਚ ਬੈਠ ਕੇ ਉਹ ਮੱਛ ਦੀ ਜਿਹੜੀ ਰੂਹ ਉਸ ਟਾਈਮ ਜਿਹੜੀ ਬਹੁਤ ਸੁੰਦਰ ਬਣ ਗਈ ਸੀਗੀ, ਸੁੰਦਰ ਕੱਪੜੇ ਅਤੇ ਬੜੇ ਗਹਿਣੇ ਦੇ ਨਾਲ ਲੱਦੀ ਗਈ ਸੀਗੀ, ਉਹ ਸੁਰਗ ਲੋਕ ਨੂੰ ਚਲੀ ਗਈ ਸੀਗੀ। ਭਾਵ ਕੀ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੋ ਜੀਵਾਂ ਦੇ ਆਧਾਰ ਵਾਸਤੇ, ਇਸ ਸੰਸਾਰ ਦੇ ਭਲੇ ਦੇ ਵਾਸਤੇ ਆਪਣਾ ਸਰਗੁਣ ਰੂਪ ਮਨੁੱਖਾ ਦੇਹੀ ਦੇ ਵਿੱਚ ਲਿਆ ਹੈਗਾ। ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਜੂਨਾਂ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਇਹਨਾਂ ਫਸੀਆਂ ਜੂਨਾਂ ਨੂੰ ਕੱਢ ਕੇ ਮੁਕਤੀ ਦਵਾਈ ਆ ਅਤੇ ਵਾਹਿਗੁਰੂ ਦੇ ਨਾਲ ਜੋੜਿਆ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੋ ਜੀਵਨ ਦੇ ਅੰਦਰ 10 ਰੂਪਾਂ ਦੇ ਵਿੱਚ ਇੱਕ ਨਹੀਂ ਅਨੇਕ ਕੰਮ ਕੀਤੇ ਆ। ਐਸੇ ਦੁਰਲੱਭ ਕੌਤਕ ਗੁਰੂ ਨਾਨਕ ਸਾਹਿਬ ਨੇ ਸਾਡੇ ਵਾਸਤੇ ਇਸ ਸੰਸਾਰ ਦੇ ਵਿੱਚ ਬਣਾਏ ਆ। ਇਹਨਾਂ ਦੇ ਵਿੱਚ ਆਪ ਗੁਰੂ ਨਾਨਕ ਸਾਹਿਬ ਨੇ ਵਰਤ ਕੇ ਹਰੇਕ ਕਿਸੇ ਨਾ ਕਿਸੇ ਕੌਤਕ ਦੇ ਵਿੱਚ, ਕਿਸੇ ਨਾ ਕਿਸੇ ਸਾਖੀ ਦੇ ਵਿੱਚ ਸਾਨੂੰ ਸਿਕਸ਼ਾ ਦਿੱਤੀ ਆ ਕਿ ਅਗਰ ਜੀਵ ਵਾਹਿਗੁਰੂ ਦਾ ਨਾਮ ਜਪੇਗਾ ਪ੍ਰੇਮ ਦੇ ਨਾਲ, ਉਹ ਲੋਕ ਸੁਖਿਆ ਅਤੇ ਪਰਲੋਕ ਸਹਿਲਾ ਹੋ ਜਾਏਗਾ। ਅਗਰ ਇਹ ਮੌਕੇ ਵਿੱਚੋਂ ਖੁੰਝ ਜਾਏਗਾ ਅਤੇ ਫਿਰ ਉਹ ਅਨੇਕਾਂ ਸਾਲ, ਜਿਵੇਂ ਕਿ ਇਸ ਮੱਛ ਦੀ ਜੂਨ ਨੂੰ ਪ੍ਰਾਪਤ ਹੋਇਆ, ਜਾਂ ਪੱਥਰ ਦੀ, ਜਾਂ ਮੂਲੇ ਦੀ ਜਿਹੜੀ ਜੂਨ ਆ, ਇਹ ਸ਼ਹਿ ਵਾਲੀ, ਇਹਨਾਂ ਜੂਨਾਂ ਦੇ ਵਿੱਚ ਭਟਕਦਾ ਹੋਇਆ ਫਿਰ ਜਿਹੜਾ ਇਹਨੇ ਦੁੱਖ ਪਾਵੇਗਾ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, 4 ਕੁੰਟ ਦਹਿ ਤਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ। ਕਿ ਆਪਣੇ ਕਿਰਤ ਅਤੇ ਕਰਮਾਂ ਤੋਂ ਵਿਛੜ ਕੇ ਵੀ ਅਸੀਂ ਜਦੋਂ ਦੁੱਖ ਪਾਉਂਦੇ ਹਾਂ ਤਾਂ ਫਿਰ ਇਹਦੇ ਨੂੰ ਪਹਿਲਾਂ ਹੀ ਆ ਕਿ ਸਾਰੇ ਕੁੰਟਾਂ ਨੂੰ ਛੱਡ ਕੇ ਇੱਕੋ ਵਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ 'ਚ ਪੈ ਜਾਈਏ, ਤਾਂ ਜੋ ਸਾਡਾ ਇਹ ਜਿਹੜਾ ਜੀਵਨ ਹੈ ਇਹ ਲੋਕ ਵੀ ਅਤੇ ਪਰਲੋਕ ਦੋਨੇ ਸੁਖੀ ਹੋ ਸਕਣ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।